ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਚਾਵਲਾ ਨਿਊਜ਼ ਨੈਟਵਰਕ ਨਾਲ ਜੁੜੇ ਬੈਠੇ तमाम ਸਰੋਤਿਆਂ ਦੇ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਅਦਬ ਅਤੇ ਸਤਿਕਾਰ ਦੇ ਨਾਲ ਮੇਰੀ ਤਰਫੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਬੁਲਾਈ ਪ੍ਰਵਾਨ। ਅਮਨ ਜੀ ਦਾ ਸਵਾਗਤ ਕਰਦੇ ਹਾਂ। ਵੈਲਕਮ ਅਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ। शुक्रिया जी, सारे स्रोतां ते दर्शकां नूं सत श्री अकाल जी। ਕੀ ਹਾਲ, ਠੀਕ ਠਾਕ ਹੋ? जी जी ठीक है जी। ਸ਼ਰਾਰਤਾਂ ਹੋ ਰਹੀਆਂ ਨੇ ਜਾਂ ਕੀਤੀਆਂ ਜਾ ਰਹੀਆਂ ਨੇ ਪਤਾ ਨਹੀਂ, ਜਾਂ ਕਰਵਾਈਆਂ ਜਾ ਰਹੀਆਂ ਨੇ, ਕਿਉਂਕਿ ਜਿਸ ਤਰੀਕੇ ਨਾਲ ਹੁਣ ਕਿਸਾਨ ਭਾਜਪਾ ਦੇ ਨਾਲ ਸਿੱਧੇ ਹੋਏ ਨੇ ਤੇ ਕਾਂਗਰਸੀਆਂ ਨਾਲ ਵੀ ਸਿੱਧੇ ਹੋਏ ਨੇ। ਭਾਜਪਾ ਆਗੂ ਹਰਜੀਤ ਗਰੇਵਾਲ ਦੇ ਖੇਤ 'ਚੋਂ ਕਿਸਾਨਾਂ ਨੇ ਫਸਲ ਨਸ਼ਟ ਕੀਤੀ ਹੈ, ਪਰੰਤੂ ਉਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਲੱਖੇ ਸਿਧਾਣੇ ਦੇ ਗਲ 'ਚ ਸਰੋਪਾ ਪਾਇਆ ਸਿਰਸੇ ਨੇ, ਤੇ ਜੋ ਉੱਥੇ ਖਹਿਬਾਜੀ ਜੀ ਦੇਖਣ ਨੂੰ ਮਿਲੀ ਹੈ, ਹਾਂਜੀ, ਔਰ ਸਿਰਸੇ ਦਾ ਸਿੱਧਾ ਸੰਬੰਧ ਜਿਹੜਾ ਭਾਜਪਾ ਨਾਲ ਇਹ ਤੁਹਾਨੂੰ ਪਤਾ ਹੀ ਹੈ, ਹਾਂਜੀ, ਤੇ ਜੋ ਉਹਦੀਆਂ ਚਾਲਾਂ ਨੇ, ਜਾਂ ਉਹਦੇ ਕੋਲ ਚਲਵਾਇਆ ਜਾ ਰਿਹਾ, ਜਾਂ ਉਹ ਮੋਹਰੇ ਨੂੰ ਨਚਾਇਆ ਜਾ ਰਿਹਾ, ਸਾਰੇ ਪਤਾ ਹੀ ਹੈ। ਉਹਦੇ ਉੱਤੇ ਤੁਹਾਡਾ ਕੀ ਨਜ਼ਰੀਆ, ਜੋ ਉਹਨੇ ਉੱਥੇ ਤੰਤ ਕੱਸਿਆ ਤੇ ਫਿਰ ਉਸਨੂੰ ਬੋਲਣਾ ਪਿਆ ਸਿਰਸੇ ਨੂੰ? ਫਿਰ ਆਉਂਦੇ ਆ ਗਰੇਵਾਲ। ਦਿਲਬਾਗ ਜੀ, ਇਹ ਸਾਰੇ ਦੇ ਸਾਰੇ ਘਟਨਾਕ੍ਰਮ ਤੇ ਇਕੱਲੇ ਲੱਖਾ ਸਿਧਾਣਾ ਨੂੰ ਹੀ ਨਹੀਂ, ਦੀਪ ਸਿੱਧੂ ਵਾਲੇ ਮਾਮਲੇ 'ਚ ਲੈ ਲਓ, ਜਿਹੜਾ ਮੁੰਡੇ ਨੂੰ ਪਰਸੋਂ ਗ੍ਰਿਫਤਾਰ ਕੀਤਾ ਬੂਟਾ ਸਿੰਘ, ਉਹਦੇ ਮਾਮਲੇ 'ਚ ਲੈ ਲਓ, ਜਾਂ ਜੁਗਰਾਜ ਸਿੰਘ ਜੀ ਨੇ ਕੇਸਰੀ ਝੰਡਾ ਲਹਿਰਾਇਆ, ਉਹ ਸਾਰੇ ਦੇ ਸਾਰੇ ਮਾਮਲੇ ਦੇ ਵਿੱਚ ਪੂਰੀ ਸਰਕਾਰੀ ਮਸ਼ੀਨਰੀ, ਜਿਹਦੇ 'ਚ ਨਿਆਂਪਾਲਿਕਾ ਵੀ ਇੱਕ ਹਿੱਸਾ, ਇਹਨਾਂ ਦਾ ਦੋਹਰਾ ਕਿਰਦਾਰ ਬਿਲਕੁਲ ਸਪਸ਼ਟ ਸਾਹਮਣੇ ਆਉਂਦਾ। ਦੀਪ ਸਿੱਧੂ ਦੀ ਗ੍ਰਿਫਤਾਰੀ ਹੋ ਜਾਂਦੀ ਆ ਤੇ ਲੱਖਾ ਸਿਧਾਣਾ ਸ਼ਰੇਆਮ ਰੈਲੀਆਂ ਕਰ ਰਿਹਾ, ਸੰਬੋਧਨ ਕਰ ਰਿਹਾ, ਉਹਨੂੰ ਨਹੀਂ ਕੁਛ ਕਿਹਾ ਜਾਂਦਾ, ਬਾਅਦ ਵਿੱਚ ਉਹਨੂੰ ਜ਼ਮਾਨਤ ਵੀ ਮਿਲ ਜਾਂਦੀ ਆ। ਦੂਸਰੇ ਪਾਸੇ ਜੁਗਰਾਜ ਸਿੰਘ ਨੇ ਕੇਸਰੀ ਝੰਡਾ ਲਹਿਰਾਇਆ, ਉਹ ਰੂਪੋਸ਼ ਹੋਇਆ ਰਿਹਾ, ਫਿਰ ਉਹਨੂੰ ਜ਼ਮਾਨਤ ਮਿਲ ਜਾਂਦੀ ਆ। ਉਹਦਾ ਸਾਥੀ ਦੱਸਿਆ ਜਾਂਦਾ ਬੂਟਾ ਸਿੰਘ, ਜਿਹੜਾ ਤਰਨਤਾਰਨ ਹਲਕੇ ਦਾ, ਤੇ ਬੂਟਾ ਸਿੰਘ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ, ਉਹਨੂੰ ਜ਼ਮਾਨਤ ਨਹੀਂ ਮਿਲਦੀ। ਜਿਹੜੇ ਮੁੰਡੇ ਨੇ ਝੰਡਾ ਲਹਿਰਾਇਆ ਉਹਨੂੰ ਅਦਾਲਤ ਜ਼ਮਾਨਤ ਦੇ ਰਹੀ ਆ। ਜਿਹੜਾ ਉਹਦੇ ਨਾਲ ਦੱਸਿਆ ਜਾ ਰਿਹਾ, ਉਹਦਾ ਸਾਥੀ ਦੱਸਿਆ ਜਾ ਰਿਹਾ ਕਿ ਉਹਦੀ ਝੰਡਾ ਲਹਿਰਾਉਣ ਦੇ ਵਿੱਚ ਕੋਈ ਭੂਮਿਕਾ ਨਹੀਂ ਸੀ, ਪਰ ਉਹਨੇ ਜੁਗਰਾਜ ਦਾ ਸਾਥ ਦਿੱਤਾ, ਉਹਦੇ ਨਾਲ ਉਸ ਮੌਕੇ ਤੇ ਹਾਜ਼ਰ ਦੱਸਿਆ ਜਾ ਰਿਹਾ ਬੂਟਾ ਸਿੰਘ, ਉਹਨੂੰ ਪੁਲਿਸ ਗ੍ਰਿਫਤਾਰ ਕਰਕੇ ਰਿਮਾਂਡ ਦੇ ਉੱਤੇ ਲੈ ਲੈਂਦੀ ਹੈ। ਇਹ ਸਾਰੇ ਦੇ ਸਾਰੇ ਘਟਨਾਕ੍ਰਮ ਨੂੰ ਜੇ ਆਪਾਂ ਸਾਰਿਆਂ ਨੂੰ ਦੇਖਦੇ ਹਾਂ ਤੇ ਇੱਕ ਮਾਮਲੇ ਦੇ ਵਿੱਚ ਸਖਤੀ ਦਿਖਾਈ ਜਾਂਦੀ ਆ, ਦੂਸਰੇ ਮਾਮਲੇ ਦੇ ਵਿੱਚ ਸਾਰੀ ਨਿਆਂਪਾਲਿਕਾ, ਸਰਕਾਰੀ ਮਸ਼ੀਨਰੀ, ਉਹ ਅਜੀਬ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਵਿਹਾਰ ਆ ਉਹ ਦਿਸ ਰਿਹਾ। ਹੁਣ ਲੱਖਾ ਸਿਧਾਣਾ ਨੂੰ ਸਰੋਪਾ ਦਿੱਤਾ ਭਾਜਪਾਈਆਂ ਨੇ, ਆਰਪੀ ਸਿੰਘ ਦਾ ਤੇ ਉਸੇ ਵੇਲੇ ਬਿਆਨ ਆ ਗਿਆ ਸੀ ਕਿ ਬਹੁਤ ਵੱਡਾ ਗੈਂਗਸਟਰ ਆ, ਜੇ ਤੁਸੀਂ ਗੈਂਗਸਟਰਾਂ ਨੂੰ ਇਸ ਤਰ੍ਹਾਂ ਸਰੋਪੇ ਦਓਗੇ ਫਿਰ ਦੇਸ਼ ਦਾ ਤੇ ਰੱਬ ਹੀ ਰਾਖਾ। ਮਨਜਿੰਦਰ ਸਿਰਸਾ ਹੋਰਾਂ ਨੇ ਜੋ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਜੋ ਘਟਨਾਵਾਂ ਹੋਈਆਂ ਉਹਨਾਂ ਨੂੰ ਲੈ ਕੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ, ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ, ਪਹਿਲਾਂ ਗੱਲਾਂ ਹੋਰ ਕਰਦੇ ਨੇ, ਬਾਅਦ ਵਿੱਚ ਕੁਝ ਹੋਰ ਕਹਿੰਦੇ ਨੇ, ਉਹ ਸਾਰੇ ਦਾ ਸਾਰਾ ਦੱਸ ਰਿਹਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਸੀ, ਜਿਹੜੀ ਇੱਕ ਮੂਵਮੈਂਟ ਬਣ ਗਈ ਸੀ ਹਾਕਮੀ ਧਿਰ ਦੇ ਖਿਲਾਫ, ਉਹ ਉਸ ਮੂਵਮੈਂਟ ਦੇ ਵਿੱਚ ਬਹੁਤ ਵੱਡਾ ਮੁਗੋਰਾ ਹੋ ਚੁੱਕਿਆ ਜੀ। ਕੁਛ ਲੋਕ ਆ ਰਹੇ ਨੇ, ਕੁਛ ਲੋਕ ਜਾ ਰਹੇ ਨੇ, ਸਾਰੀਆਂ ਦੀਆਂ ਸਾਰੀਆਂ ਘਟਨਾਵਾਂ, ਬਹੁਤ ਸਾਰੀਆਂ, ਜਿੱਦਾਂ ਹੁਣ ਅੱਜ ਜਿਹੜੀ ਘਟਨਾ ਵਾਪਰੀ ਹੈ ਜਾਂ ਜਿਹੜੀ ਗਾਜ਼ੀਪੁਰ ਘਟਨਾ ਵਾਪਰੀ ਆ, ਕੋਈ ਸੋਚ ਹੀ ਨਹੀਂ ਸਕਦਾ ਕਿ ਇਹੋ ਜਿਹੀ ਘਟਨਾ ਵਾਪਰ ਸਕਦੀ ਆ। ਇੱਕ ਪਾਸੇ ਸਾਡੇ ਕਿਸਾਨ ਆਗੂ ਕਹਿ ਰਹੇ ਆ ਕਿ ਅਸੀਂ ਬਹੁਤ ਸਾਰੇ ਵਲੰਟੀਅਰ ਤਾਇਨਾਤ ਕੀਤੇ ਆ, ਕੋਈ ਸ਼ਰਾਰਤੀ ਅਨਸਰ ਆ ਕੇ ਇਹੋ ਜਿਹੀ ਹਰਕਤ ਨਹੀਂ ਕਰਦਾ। ਜੇ ਇੰਨੇ ਵੱਡੇ ਇਕੱਠ ਦੇ ਵਿੱਚ ਮੁੱਠੀ ਭਰ ਭਾਜਪਾ ਦੇ, ਜਿਨ੍ਹਾਂ ਨੂੰ ਤੁਸੀਂ ਗੁੰਡੇ ਕਹਿ ਕੇ ਸੰਬੋਧਨ ਕਰ ਰਹੇ ਆ, ਕੋਈ ਵੀ ਆ ਭਾਜਪਾ ਦਾ ਜਾਂ ਦੂਜਾ ਤੀਜਾ ਕੋਈ ਵੀ ਅਨਸਰ ਸਟੇਜ ਦੇ ਉੱਤੇ ਕਬਜ਼ਾ ਕਰ ਲੈਂਦਾ, ਤੇ ਫਿਰ ਤੁਹਾਡੇ ਵਲੰਟੀਅਰ, ਤੁਹਾਡੀ ਏਕਤਾ, ਤੁਹਾਡੀ ਰਾਖੀ ਸੁਰੱਖਿਆ, ਤੁਹਾਡਾ ਸਾਰਾ ਪ੍ਰਬੰਧ ਉਹ ਕਿੱਥੇ ਖੜਾ? ਬਿਲਕੁਲ ਬਿਲਕੁਲ ਬਿਲਕੁਲ, ਫਿਰ ਤਾਂ ਕੋਈ ਕੁਝ ਵੀ ਆ ਕੇ ਕਰ ਸਕਦਾ ਨਾ। ਜੇ ਤੁਹਾਡੇ ਦਿਨੇ ਜਾਗਦਿਆਂ ਤੁਰਿਆਂ ਫਿਰਦਿਆਂ ਕੋਈ ਆ ਕੇ ਤੁਹਾਡੀ ਸਟੇਜ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ, ਤੁਸੀਂ ਰਾਤ ਨੂੰ ਸੁੱਤੇ ਹੋ ਜਾਂ ਇਕੱਠ ਘੱਟ ਆ, ਫਿਰ ਤੇ ਕੋਈ ਆ ਕੇ ਕੁਝ ਵੀ ਕਰ ਸਕਦਾ। ਬਿਲਕੁਲ ਬਿਲਕੁਲ, ਤੁਹਾਡੀ ਚੌਕਸੀ ਕਿੱਥੇ? ਦਾ ਮਤਲਬ ਇਹ ਆ ਕਿ ਬਹੁਤ ਵੱਡਾ ਮੁਗੋਰਾ ਹੋ ਚੁੱਕਿਆ, ਜਿਹਦੇ ਵਿੱਚੋਂ ਬਹੁਤ ਕੁਝ ਨਿਕਲਣਾ ਤੇ ਲੋਕਾਂ ਨੇ ਇੰਨੀ ਬੁਰੀ ਤਰ੍ਹਾਂ ਨਿਰਾਸ਼ ਹੋਣਾ ਕਿ ਮੁੜ ਕੇ ਕੋਈ ਮੂਵਮੈਂਟ ਦੇ ਲਾਗੇ ਸ਼ਾਇਦ ਹੀ ਕੋਈ ਜਾਊਗਾ ਜੀ। ਪੰਜਾਬ ਦੇ ਲੋਕਾਂ ਦੀ ਹਾਲਤ ਤੇ ਇਹ ਹੋ ਜਾਣੀ। ਬਿਲਕੁਲ ਜੀ, ਬਿਲਕੁਲ। ਅੱਜ ਜੋ ਕੁਝ ਹੋਇਆ ਉਹਨੇ ਦੱਸ ਦਿੱਤਾ। ਜਿਵੇਂ ਸਾਡੇ ਸਿੱਖ ਕੌਮ ਦੇ ਲੀਡਰਾਂ ਨੇ ਖਾਲੀ ਪੀਪਾ ਖੜਕਾ ਦਿੱਤਾ ਹਰ ਥਾਂ ਦੇ ਉੱਤੇ, ਵੇਖੋ ਕੋਈ ਇਹਨਾਂ ਨੇ ਮਸਲਾ ਹੱਲ ਕਰਵਾਇਆ ਹੋਵੇ, ਸਿਰਫ ਆਪਣੀਆਂ ਚੌਧਰਾਂ, ਆਪਣੀਆਂ ਨਿੱਜੀ ਮਫਾਦਾਂ ਦੇ ਲਈ ਇਹਨਾਂ ਨੇ ਕੌਮ ਨੂੰ ਜਿਸ ਤਰੀਕੇ ਨਾਲ ਇੱਕ ਕਿਸਮ ਦਾ ਜਲੀਲ ਕਰਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਹਾਂਜੀ, ਤੁਹਾਡੇ ਇਸ ਨੂੰ ਚੈਲੰਜ ਕਰਕੇ ਅਗਲਿਆਂ ਨੇ ਉਹਦੀ ਬੇਅਦਬੀ ਕੀਤੀ ਹੋਵੇ, ਪੰਨੇ ਖਿਲਾਰੇ ਹੋਣ, ਗਲੀਆਂ ਦੇ ਵਿੱਚ ਰੋਲਿਆ ਹੋਵੇ, ਤੇ ਤੁਸੀਂ ਅਜੇ ਤੱਕ
इंसाफ ना लै सके होवो, एक मुठ ना हो सके होवो, ये तो वड्डा होर कलंक की हो सकता है। हाँ जी, ये तो वड्डा होर लांभा की हो सकता है। खैर इस तरह ही हुण लोग निराश ने इन्हां आगूआं तो ते इह जेकर इस तरीके नाल तुसीं मंगोरे दी गल करदे हो तां मैं शुरू उत्थों तां ही कीता सीगा भी आ भी शरारत हो सकदी है ਜਾਂ ਕਰਵਾਈ ਗਈ ਹੋ ਸਕਦੀ ਹੈ ਇਹਨਾਂ ਨੂੰ ਬਦਨਾਮ ਕਰਨ ਵਾਸਤੇ ਵੀ ਕਿਸਾਨ ਕੁਝ ਜਿਹੀਆਂ ਹਰਕਤਾਂ ਤੇ ਆ ਗਏ ਨੇ। ਭਾਜਪਾ ਆਗੂ ਗਰੇਵਾਲ ਪੈਸੇ ਦੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ, ਵੇਸਟ ਆਫ ਟਾਈਮ ਹੈ। ਇਹਦੇ ਖੇਤ ਵਿੱਚ ਕਿਸਾਨਾਂ ਨੇ ਫਸਲ ਨਸ਼ਟ ਕੀਤੀ ਹੈ। ਕਿਸੇ ਹੱਦ ਤੱਕ ਵੀ ਕਿਸਾਨ ਜਿਹੜੀਆਂ ਕੁਝ ਜਿਹੀਆਂ ਚਾਲਾਂ ਕਰਦੇ ਨੇ ਉਹਨਾਂ ਨੂੰ ਬਦਨਾਮ ਕਰਨ ਲਈ ਵੀ ਹੋ ਸਕਦਾ ਹੈ ਵੀ ਇਹ ਉਹਨਾਂ ਨੇ ਕੀਤੀਆਂ ਜੀ ਵੇਖੋ ਕੁਝ ਜਿਹੀਆਂ ਚਾਲਾਂ ਹੋ ਰਹੀਆਂ ਨੇ ਤੇ ਜਾਂ ਕੋਈ ਸ਼ਰਾਰਤੀ ਵੀ ਆਨਸਰ ਕਰ ਗਿਆ ਹੋਵੇਗਾ। ਕੀ ਕਹਿਣਾ ਚਾਹੋਗੇ? ਨਹੀਂ ਦਿਲਬਾਗ ਜੀ, ਕੋਈ ਸ਼ਰਾਰਤ ਕਿਸੇ ਨੇ ਨਹੀਂ ਕੀਤੀ। ਮੀਡੀਆ ਹਲਕਿਆਂ ਦੇ ਕੋਲ ਆ ਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਰਨਾਲਾ ਹਲਕੇ ਦੇ ਆਗੂਆਂ ਨੇ ਆਪ ਮੰਨਿਆ ਕਿ ਅਸੀਂ ਜਿਹਨੇ ਗਰੇਵਾਲ ਦੀ ਜ਼ਮੀਨ ਠੇਕੇ ਤੇ ਲਈ ਸੀ, ਅਸੀਂ ਜਾ ਕੇ ਉਹਨੂੰ ਚੇਤਾਵਨੀ ਦਿੱਤੀ ਸੀ ਕਿ ਤੂੰ ਇਹਦੀ ਜ਼ਮੀਨ ਨਾ ਵਾਹ। ਜਿਹੜਾ ਬੰਦਾ ਠੇਕੇ ਤੇ ਲੈ ਰਿਹਾ ਉਹ ਵੀ ਕਿਸਾਨ, ਉਹਦਾ ਕੀ ਕਸੂਰ ਆ? ਉਹ ਵੀ ਕਿਸੇ ਦੀ ਵੀ ਜ਼ਮੀਨ ਲੈ ਸਕਦਾ, ਉਹ ਆਪਣਾ ਕੰਮ ਕਰ ਰਿਹਾ। ਤੁਹਾਡਾ ਵਿਰੋਧ ਹਰਜੀਤ ਗਰੇਵਾਲ ਦੇ ਵਿਚਾਰਾਂ ਨਾਲ ਹੋ ਸਕਦਾ, ਉਹਦੀ ਜ਼ਮੀਨ ਜਾਂ ਉਹਦੇ ਕਿਸੇ ਕੰਮ ਦੇ ਵਿੱਚੋਂ ਕੋਈ ਬੰਦਾ ਆਪਣੀ ਰੋਜ਼ੀ ਰੋਟੀ ਚਲਾਉਣ ਲਈ ਮਿਹਨਤ ਕਰ ਰਿਹਾ, ਤੁਸੀਂ ਉਹਦਾ ਵਿਰੋਧ ਥੋੜਾ ਕਰ ਸਕਦੇ ਆ। ਇਹ ਕਿੱਧਰ ਨੂੰ ਤੁਰ ਪਏ ਆ ਅਸੀਂ? ਉਹ ਕਹਿੰਦੇ ਅਸੀਂ ਗਏ ਸੀ ਉਹਨਾਂ ਦੇ ਘਰ, ਅਸੀਂ ਗਰੇਵਾਲ ਤੱਕ ਵੀ ਸੁਨੇਹਾ ਪਹੁੰਚਾਇਆ, ਸਾਨੂੰ ਉਲਟ ਗੱਲਾਂ ਬੋਲੀਆਂ ਗਈਆਂ। ਔਰਤਾਂ ਨੇ ਕਿਹਾ, ਇਸ ਜਥੇਬੰਦੀ ਨਾਲ ਜੁੜੀਆਂ ਔਰਤਾਂ ਨੇ ਕਿਹਾ, ਡਕੌਂਦਾ ਜਥੇਬੰਦੀ ਨਾਲ, ਕਿ ਸਾਨੂੰ ਕਿਹਾ ਗਿਆ ਕਿ ਤੁਹਾਡੀਆਂ ਗੁੱਤਨੀਆਂ ਪੁੱਟ ਦਿਆਂਗੇ। ਕਿਹਾ ਜਾਂ ਨਹੀਂ ਕਿਹਾ ਪਤਾ ਨਹੀਂ, ਜਦੋਂ ਦੋਸ਼ ਲਾਉਣੇ ਹੁੰਦੇ ਆ, ਜਦੋਂ ਕੋਈ ਗਵਾਹੀ ਨਹੀਂ ਹੈ ਫਿਰ ਤਾਂ ਅਸੀਂ ਕੁਝ ਵੀ ਕਹਿ ਸਕਦੇ ਹਾਂ। ਮੈਂ ਵੀ ਕੁਝ ਵੀ ਕਹਿ ਸਕਦੀ ਹਾਂ ਕਿ ਫਲਾਣੇ ਨੇ ਮੈਨੂੰ ਇਹ ਕਿਹਾ, ਜਦੋਂ ਕੋਈ ਗਵਾਹੀ ਨਹੀਂ ਹੈ, ਸਾਡੇ ਸਾਹਮਣੇ ਤੇ ਕੋਈ ਹੈ ਹੀ ਨਹੀਂ। ਮੈਂ ਆਪਣੇ ਪੱਖ ਦੇ 10 ਬੰਦੇ ਲਿਆ ਕੇ ਕੁਝ ਵੀ ਕਹਿ ਸਕਦੀ ਹਾਂ। ਇਹੀ ਗੱਲਾਂ ਹਰਜੀਤ ਗਰੇਵਾਲ ਹੋਰੀ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ। ਉਹ ਕਹਿੰਦੇ ਅਸੀਂ ਕਿਹਾ ਸੀ, ਉਹ ਬੰਦਾ ਨਹੀਂ ਮੰਨਿਆ। ਉਹ ਜਦੋਂ ਉਹਨੇ ਝੋਨਾ ਲਾ ਦਿੱਤਾ ਤੇ 2 ਏਕੜ ਦੇ ਉੱਤੇ ਦੇਖਦਿਆਂ ਇਹ ਆਗੂ ਕਹਿ ਰਿਹਾ ਡਕੌਂਦਾ ਦੇ ਕਿ ਸਾਡੇ ਦੇਖਦਿਆਂ ਅਸੀਂ ਤੇ ਸਿਰਫ ਵਿਰੋਧ ਪ੍ਰਦਰਸ਼ਨ ਕਰਨ ਲਈ ਗਏ ਸੀ, ਪਰ ਸਾਡੇ ਦੇਖਦਿਆਂ ਮੌਬ ਸ਼ਬਦ ਵਰਤਿਆ, ਮੌਬ ਨੇ ਉਹ ਫਸਲ ਜਿਹੜੀ 2 ਏਕੜ ਦੀ ਉਹ ਤਹਿਸ ਨਹਿਸ ਕਰ ਦਿੱਤੀ, ਉੱਥੇ ਟਰੈਕਟਰ ਚਲਾ ਦਿੱਤਾ। ਪੁਲਿਸ ਵੀ ਆਈ, ਪੁਲਿਸ ਵੀ ਕੁਝ ਨਹੀਂ ਕਰ ਸਕੀ, ਇੰਨੀ ਹੁੱਲੜਬਾਜ਼ੀ ਹੋ ਰਹੀ ਸੀ, ਪੁਲਿਸ ਵੀ ਕੁਝ ਨਹੀਂ ਕਰ ਸਕੀ। ਹਰਜੀਤ ਗਰੇਵਾਲ ਨੇ ਕਿਹਾ ਕਿ ਮੈਂ ਪੁਲਿਸ ਨੂੰ ਕੰਪਲੇਂਟ ਵੀ ਦਿੱਤੀ ਆ, ਲਿਖਤੀ ਵੀ ਦਿੱਤੀ ਆ, WhatsApp ਤੇ ਵੀ ਕੀਤਾ, ਸਾਰੀ ਦੀ ਸਾਰੀ ਕਾਰਵਾਈ ਉਹਨਾਂ ਨੂੰ ਪੁਲਿਸ ਅਧਿਕਾਰੀਆਂ ਦੀ ਨਜ਼ਰ ਦੇ ਵਿੱਚ ਲਿਆਂਦੀ, ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿ ਇਹੋ ਜਿਹੀਆਂ ਘਟਨਾਵਾਂ ਦੇ ਨੂੰ ਸੰਯੁਕਤ ਕਿਸਾਨ ਮੋਰਚਾ ਜਿਹੜੇ ਉੱਥੇ ਦਿੱਲੀ 'ਚ ਬੈਠੇ ਏਡੇ ਵੱਡੇ ਅੰਦੋਲਨ ਦੀ ਅਗਵਾਈ ਕਰ ਰਹੇ ਆ, ਕਿ ਉਹ ਇਹਨਾਂ ਨੂੰ ਸਹਿਮਤੀ ਦਿੰਦੇ ਨੇ, ਕਿ ਉਹ ਇਹੋ ਜਿਹੀਆਂ ਘਟਨਾਵਾਂ ਦਾ ਸਮਰਥਨ ਕਰਦੇ ਨੇ? ਪਿਛਲੇ ਦਿਨੀ ਜਦੋਂ ਇਹ ਗੱਲ ਆਈ ਸੀ, ਕਾਦੀਆਂ ਹੋਰਾਂ ਨੇ ਕਿਹਾ ਸੀਗਾ TV ਚੈਨਲ ਦੇ ਉੱਤੇ ਆ ਕੇ ਕਿ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕਰਾਂਗੇ ਜਦ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਜਦੋਂ ਅਕਾਲੀਆਂ ਨੇ, ਕਾਂਗਰਸੀਆਂ ਨੇ ਘੂਰੀ ਵੱਟੀ, ਆਮ ਆਦਮੀ ਪਾਰਟੀ ਵਾਲਿਆਂ ਨੇ ਕਿਹਾ ਕਿ ਆਹ ਦਿੱਲੀ ਦੇ ਵਿੱਚ ਅਸੀਂ ਤੁਹਾਡਾ ਇਸ ਤਰੀਕੇ ਨਾਲ ਸਾਥ ਦਿੱਤਾ, ਜਦੋਂ ਵਿਰੋਧ ਹੋਣਾ ਸ਼ੁਰੂ ਹੋ ਗਿਆ ਫਿਰ ਸੰਯੁਕਤ ਮੋਰਚੇ ਨੂੰ 1-2 ਦਿਨ ਬਾਅਦ ਬਿਆਨ ਦੇਣਾ ਪਿਆ ਸੀ ਕਿ ਨਹੀਂ, ਸਾਡਾ ਵਿਰੋਧ ਸਿਰਫ ਭਾਜਪਾ ਤੇ ਭਾਜਪਾ ਦੀਆਂ ਹਮਖਿਆਲੀ ਜਾਂ ਉਹਨਾਂ ਦੀਆਂ ਸਮਰਥਕ ਧਿਰਾਂ ਦੇ ਨਾਲ ਹੀ ਆ, ਬਾਕੀ ਕਿਸੇ ਪਾਰਟੀ ਨਾਲ ਦਾ ਅਸੀਂ ਵਿਰੋਧ ਨਹੀਂ ਕਰਾਂਗੇ। ਪਰ ਲਗਾਤਾਰ ਪੰਜਾਬ ਦੇ ਵਿੱਚ ਕਾਂਗਰਸੀਆਂ ਦਾ ਵੀ ਵਿਰੋਧ ਹੋ ਰਿਹਾ, ਹਾਂ ਅਕਾਲੀਆਂ ਦਾ ਘੱਟ ਹੋਇਆ, ਅੱਜ ਹੋਇਆ। ਅਮਨ ਜੀ, ਜੇ ਆਪਾਂ ਗੱਲ ਕਰੀਏ ਭਾਜਪਾ ਕਾਂਗਰਸੀਆਂ ਆਗੂਆਂ ਨਾਲ ਜਿਹੜਾ ਟਕਰਾਅ ਹੈ ਉਹਦੇ ਤੁਹਾਡਾ ਨਜ਼ਰੀਆ ਕੀ ਹੈ? ਪਹਿਲਾਂ ਤਾਂ ਦਿਲਬਾਗ ਜੀ, ਜਿਹੜਾ ਇਹ ਅੰਦੋਲਨ ਦੀ ਗੱਲ ਆ ਕਿ ਅੱਜ ਫਿਰ ਨਰਿੰਦਰ ਸਿੰਘ ਤੋਮਰ ਨੇ ਫਿਰ ਬਿਆਨ ਦਿੱਤਾ। ਉਹਨਾਂ ਨੇ ਬਿਆਨ ਅੱਜ ਇਸ ਕਰਕੇ ਦਿੱਤਾ ਕਿ ਸ਼ਰਦ ਪਵਾਰ ਹੋਰਾਂ ਦੀ ਲੰਮੇ ਸਮੇਂ ਤੋਂ ਇੱਕ ਸਰਗਰਮੀ ਚੱਲ ਰਹੀ ਆ ਕਿ ਇੱਕ ਤੀਸਰੀ ਧਿਰ ਦੇਸ਼ ਦੇ ਵਿੱਚ ਉਸਾਰੀ ਜਾਏਗੀ। ਜਿਹੜੀਆਂ 2024 ਦੇ ਵਿੱਚ ਲੋਕ ਸਭਾ ਚੋਣਾਂ ਹੋਣੀਆਂ, ਉਹਦੀ ਅਗਵਾਈ ਸ਼ਾਇਦ ਸ਼ਰਦ ਪਵਾਰ ਹੋਰੀ ਕਰਨ। ਪ੍ਰਸ਼ਾਂਤ ਕਿਸ਼ੋਰ ਲਗਾਤਾਰ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਆ। ਉਹ ਗੈਰ ਭਾਜਪਾਈ, ਗੈਰ ਕਾਂਗਰਸੀ ਇੱਕ ਧਿਰ ਉਸਾਰਨ ਦੀ ਕੋਸ਼ਿਸ਼ ਦੇ ਵਿੱਚ ਨੇ। ਤੇ ਸ਼ਰਦ ਪਵਾਰ ਜੀ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਕਾਨੂੰਨ ਰੱਦ ਨਹੀਂ ਹੋਣੇ ਚਾਹੀਦੇ, ਇਹਨਾਂ ਦੇ ਵਿੱਚ ਤੁਸੀਂ ਸੋਧ ਕਰਵਾ ਲਓ ਜਿਹਦੇ ਉੱਤੇ ਕਿਸਾਨਾਂ ਨੂੰ ਇਤਰਾਜ਼ ਆ। ਇਹੀ ਗੱਲ ਕੇਂਦਰ ਸਰਕਾਰ ਵੱਲੋਂ ਵਾਰ-ਵਾਰ ਕਹੀ ਜਾਂਦੀ ਹੈ ਕਿ ਖਾਲੀ ਡੱਬਾ ਤੁਹਾਡੇ ਸਾਹਮਣੇ ਰੱਖ ਦਿੰਦੇ ਆ, ਤੁਸੀਂ ਆਪਣੇ ਪ੍ਰਪੋਜ਼ਲ ਲੈ ਕੇ ਆਓ, ਅਸੀਂ ਉਹ ਕਰ ਦਿੰਦੇ ਆ, ਰੱਦ ਸ਼ਬਦ ਤੁਸੀਂ ਨਾ ਵਰਤੋ। ਕੁਝ ਕਿਸਾਨ ਧਿਰਾਂ ਜਿਹੜੀਆਂ ਉੱਥੇ ਬੈਠੀਆਂ ਨੇ ਉਹ ਇਸ ਗੱਲ ਨਾਲ ਸਹਿਮਤ ਸੀ, ਪਰ ਕੁਝ ਧਿਰਾਂ ਜਿਹੜੀਆਂ ਨੇ ਉਹਨਾਂ ਨੇ ਕਿਹਾ ਜੀ ਤੁਸੀਂ ਤੇ ਭਗੌੜੇ ਆ, ਤੁਸੀਂ ਤੇ ਏਦਾਂ ਕਰਦੇ ਆ, ਤੁਸੀਂ ਤੇ ਨਤਮਸਤਕ ਗੋਡੇ ਟੇਕਣ। ਇਹੋ ਜਦੋਂ ਮਿਹਣੇ ਵੱਜਣੇ ਸ਼ੁਰੂ ਹੋਏ ਤੇ ਉਹ ਧਿਰਾਂ ਚੁੱਪ ਕਰ ਗਈਆਂ। ਇਹ ਸੱਚਾਈ ਆ। ਤੁਸੀਂ ਇਕੱਲੇ ਆਗੂ ਦੀ ਇੰਟਰਵਿਊ ਕਰ ਲਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਕਿਹੜੀਆਂ ਧਿਰਾਂ ਇਸ ਹੱਕ 'ਚ ਸੀ ਕਿ ਜੋ ਸੌਦਾ ਸਰਕਾਰ ਸਾਡੇ ਕਹਿਣ ਤੇ ਕਰਨਾ ਚਾਹੁੰਦੀ ਆ ਅਸੀਂ ਉਹ ਕਰਵਾ ਕੇ ਤੇ ਘਰ ਆ ਜਾਈਏ। ਇਹ ਬਹੁਤ ਵੱਡੀ ਗੱਲ ਆ ਕਿ ਸਰਕਾਰ ਤੁਹਾਨੂੰ ਕਹਿ ਰਹੀ ਹੈ ਕਿ ਖਾਲੀ ਡੱਬਾ ਤੁਹਾਡੇ ਸਾਹਮਣੇ ਰੱਖ ਦਿੰਦੇ ਆ, ਤੁਸੀਂ ਆਪਣੀ ਮਰਜ਼ੀ ਦੇ ਪ੍ਰਪੋਜ਼ਲ ਲਿਆ ਕੇ ਇਹਦੇ ਵਿੱਚ ਐਡ ਕਰ ਲਓ।
ਅਸੀਂ ਕਰ ਦਿੰਦੇ ਹਾਂ। ਰੱਦ ਸ਼ਬਦ ਨਾ ਵਰਤੋ, ਸਰਕਾਰ ਦੀ ਵੀ ਰਹਿ ਜਾਏਗੀ, ਤੁਹਾਡੀ ਵੀ ਰਹਿ ਜਾਏਗੀ। ਸਾਡੇ ਕੋਲ ਹੈ ਹੀ ਨਹੀਂ। ਤੁਸੀਂ ਪ੍ਰਪੋਜ਼ਲ ਕੀ ਦੇ ਰਹੇ ਆ? ਤੁਸੀਂ ਕਹਿ ਰਹੇ ਆ ਮੰਨ ਲਿਆ ਰੱਦ ਕਰਵਾ ਲਏ ਕਾਨੂੰਨ, ਉਸ ਤੋਂ ਬਾਅਦ ਚ ਕੀ ਆ? ਜਿਹੜੀ ਪਹਿਲਾਂ ਸਿਚੁਏਸ਼ਨ ਸੀ ਕੀ ਤੁਸੀਂ ਉਹਦੇ ਨਾਲ ਸਹਿਮਤ ਹੋ? ਕਿਸਾਨੀ ਦੀ ਜੋ ਪਹਿਲਾਂ ਹਾਲਤ ਸੀ ਇਹ ਕਾਨੂੰਨ ਆਉਣ ਤੋਂ ਪਹਿਲਾਂ, ਕੀ ਤੁਸੀਂ ਉਸ ਸਿਚੁਏਸ਼ਨ ਦੇ ਉੱਤੇ ਖੁਸ਼ ਹੋ? ਜਾਂ ਤੁਸੀਂ ਚਾਹੁੰਦੇ ਆ ਕਿ ਕਿਸਾਨੀ ਲਈ ਕੁਝ ਇਹੋ ਜਿਹਾ ਆਵੇ ਕਿ ਛੋਟੇ ਤੋਂ ਲੈ ਕੇ ਉੱਪਰ ਤੱਕ ਦੇ ਕਿਸਾਨ ਜਾਂ ਜਿਹੜੇ ਬੇਜ਼ਮੀਨੇ ਲੋਕ ਨੇ, ਜਿਹੜੇ ਕਿਰਤੀ ਵਰਗ ਆ, ਜਿਹੜਾ ਖੇਤੀ ਨਾਲ ਜੁੜਿਆ ਹੋਇਆ ਮਜ਼ਦੂਰ ਵਰਗ ਆ, ਉਹਨੂੰ ਵੀ ਕੁਝ ਮੁਨਾਫਾ ਮਿਲੇ ਜੀ। ਅਸੀਂ ਇਹੋ ਜਿਹਾ ਕੁਝ ਲੈ ਕੇ ਆਈਏ, ਉਹ ਤਾਂ ਸਾਡੇ ਕੋਲ ਹੈ ਹੀ ਨਹੀਂ ਮਾਡਲ, ਤੇ ਸਾਡੇ ਕੋਲ ਕੁਝ ਵੀ ਨਹੀਂ ਹੈ। ਧਰਨਿਆਂ ਦੇ ਨਾਮ ਤੇ ਰਿਹਾਜ ਦਾ ਦਿਨ, ਬਿਜਲੀ ਮਹਿੰਗਾਈ ਮੁੱਦੇ, ਹੁਣ ਬਾਰ-ਬਾਰ ਸਾਨੂੰ ਵੈਸੇ ਕਹਿਣ ਲੱਗਿਆ ਵੀ ਸੰਗ ਆਉਂਦੀ ਹੈ ਕਿ ਜਿਹੜੇ ਕੱਲ ਕਹਿੰਦੇ ਸੀਗੇ ਧਰਲੇ ਲਾਉਣੇ ਤੇ ਵਿਹਲਿਆਂ ਦਾ ਕੰਮ ਹੈ। ਹਾਂਜੀ ਕੰਮ ਕੋਈ ਨਹੀਂ, ਸੱਚੀ ਗੱਲ ਕਹੀ ਸੀ ਵੈਸੇ, ਤੇ ਜਦੋਂ ਸੱਤਾ ਤੋਂ ਬਾਹਰ ਹੋਏ ਤੇ ਕੰਮ ਕੋਈ ਨਹੀਂ ਤੇ ਫਿਰ ਧਰਨੇ ਹੀ ਲਾਉਣੇ ਆ, ਤੇ ਅੱਜ ਉਹ ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਣੀਆਂ ਪਈਆਂ। ਕੀ ਕਹਿਣਾ ਚਾਹੋਗੇ? ਬਿਜਲੀ ਮੁੱਖ ਮੁੱਦਾ ਰਹੀ ਹੈ ਜੀ। ਦਿਲਬਾਗ ਜੀ, ਇੱਕ ਜਿਹੜਾ ਪਿਛਲਾ ਸਵਾਲ ਸੀਗਾ ਕਿ ਕਿਸਾਨਾਂ ਵੱਲੋਂ ਭਾਜਪਾ ਤੇ ਕਾਂਗਰਸੀਆਂ ਦਾ ਜਿਹੜਾ ਵਿਰੋਧ ਆ, ਭਾਜਪਾ ਆਗੂਆਂ ਦੇ ਵਿਰੋਧ ਤਾਂ ਸੰਯੁਕਤ ਮੋਰਚੇ ਦੇ ਸਿੱਧੇ ਦੇ ਉੱਤੇ ਹੋ ਹੀ ਰਹੇ ਆ, ਜਿਹੜੇ ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਹੋ ਰਹੇ ਆ, ਜਿਵੇਂ ਸਾਧੂ ਸਿੰਘ ਧਰਮਸੋਤ ਹੋਰਾਂ ਦਾ ਵਿਰੋਧ ਕੀਤਾ ਗਿਆ, ਉਸ ਤੋਂ ਪਹਿਲਾਂ ਵੀ ਵਿਰੋਧ ਹੋਏ, ਅੰਗਦ ਹੋਰਾਂ ਦਾ ਵੀ ਵਿਰੋਧ ਹੋਇਆ ਉਹਨਾਂ ਦੇ ਆਪਣੇ ਹਲਕੇ ਦੇ ਵਿੱਚ, ਬਹੁਤ ਸਾਰੇ ਇਹੋ ਜਿਹੇ ਆ ਰਹੇ ਆ। ਤੇ ਅੱਜ ਜਿਹੜਾ ਕਾਂਗਰਸ ਨੇ ਮਹਿੰਗਾਈ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨਾ ਸੀ, ਲੁਧਿਆਣੇ ਚ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਲਾਡੋ ਟੋਲ ਪਲਾਜ਼ੇ ਤੇ ਧਰਨਾ ਮਾਰਨਾ ਸੀ, ਤੇ ਉਹ ਜਦੋਂ ਵਰਕਰਾਂ ਦੇ ਨਾਲ ਉੱਥੇ ਧਰਨੇ ਤੇ ਪੁੱਜੇ, ਕਿਸਾਨਾਂ ਨੂੰ ਪਤਾ ਲੱਗ ਗਿਆ ਤੇ ਸੈਂਕੜੇ ਕਿਸਾਨ ਉੱਥੇ ਇਕੱਠੇ ਹੋ ਕੇ ਚਲੇ ਗਏ ਤੇ ਉਹਨਾਂ ਦਾ ਧਰਨਾ ਉੱਥੇ ਚੁਕਵਾ ਦਿੱਤਾ ਕਿਸਾਨਾਂ ਨੇ, ਕਾਂਗਰਸੀਆਂ ਦਾ। ਤੇ ਹੁਣ ਇਹ ਸਾਰੇ ਜਿਹੜੇ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਲਗਾਤਾਰ, ਇਹਦੇ ਤੇ ਇੱਕ ਸਵਾਲ ਵਾਰ-ਵਾਰ ਉੱਠ ਰਿਹਾ ਕਿ ਅਕਾਲੀਆਂ ਦਾ ਇਸ ਤਰੀਕੇ ਨਾਲ ਵਿਰੋਧ ਕਿਉਂ ਨਹੀਂ ਹੋ ਰਿਹਾ? ਇਹ ਸੱਚਮੁੱਚ ਇਹ ਚਰਚਾ ਦਾ ਵਿਸ਼ਾ, ਇਹ ਸਵਾਲ ਚਰਚਾ ਦਾ ਵਿਸ਼ਾ ਵੀ ਆ, ਔਰ ਇਹ ਸਵਾਲ ਲੋਕ ਕਰ ਵੀ ਰਹੇ ਆ, ਕੁਝ ਲੋਕ ਕਰ ਵੀ ਰਹੇ। ਮੈਂ ਤੁਹਾਨੂੰ ਲਿੰਕ ਦੇ ਦਿੰਦਾ। ਫਿਰ ਕਹਿੰਦੇ ਆਏ ਸੀ ਰਾਜੇਵਾਲ ਸਾਹਿਬ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ, ਤਖਤ ਦੇ ਜਹੇਦਾਰ ਦੇ ਨਾਲ 2.5-3 ਘੰਟੇ ਅਚਨਚੇਤ ਮੁਲਾਕਾਤ ਹੋ ਗਈ, ਉਦੋਂ ਬਾਅਦ ਦਮਦਮੀ ਟਕਸਾਲ ਦਾ ਗੇੜਾ ਲੱਗਾ। ਹਾਂਜੀ ਜੀ, ਅੱਗੋਂ ਤੁਸੀਂ ਤੁਰੀ ਚਲੋ। ਹੁਣ ਮੈਂ ਤੇ 2 ਲਿੰਕ ਮੈਂ ਰਾਹ ਤੁਹਾਨੂੰ ਦਿਖਾ ਦਿੰਦਾ ਪਿੰਡ ਦਾ, ਆ ਜਾ ਕੇ ਖੱਬੇ ਤੇ ਖੱਬੇ ਜਾ ਕੇ ਫੇਰ ਖੱਬੇ। ਹਾਂਜੀ, ਸਵਾਲ ਤੇ ਦਿਲਬਾਗ ਜੀ ਇਹ ਆ ਕਿ ਜਿਹੜੀਆਂ ਵੱਡੀਆਂ ਧਿਰਾਂ ਜਿਨ੍ਹਾਂ ਉੱਤੇ ਲੱਖਾਂ ਲੋਕਾਂ ਨੇ ਆਪਣਾ ਭਰੋਸਾ, ਜਿਨ੍ਹਾਂ ਦੇ ਸਿਰ ਦੇ ਉੱਤੇ ਦਾਅ ਤੇ ਲਾਇਆ ਹੋਇਆ, ਉਹ ਆਗੂ ਜਿਹੜੇ ਨੇ ਦਿੱਲੀ 'ਚ ਬੈਠੇ ਸਾਰੇ ਅੰਦੋਲਨ ਦੀ ਅਗਵਾਈ ਕਰ ਰਹੇ ਆ, ਉਹ ਇਹਨਾਂ ਜੇ ਰਾਜੇਵਾਲ ਹੋਰੀ ਗਏ, ਇੱਕ ਆਗੂ ਨੇ ਇਹਨੂੰ ਰੱਦ ਕੀਤਾ ਕਿ ਨਹੀਂ ਜਾਣਾ ਚਾਹੀਦਾ ਸੀ, ਅਸੀਂ ਇਹਦੇ ਨਾਲ ਸਹਿਮਤ ਨਹੀਂ, ਉਹਨਾਂ ਦਾ ਨਿੱਜੀ ਕੋਈ ਮਸਲਾ ਹੋ ਸਕਦਾ, ਉਹਨਾਂ ਨੇ ਇਹ ਗੱਲ ਆ ਕੇ ਆਪਣਾ ਪੱਲਾ ਛਡਾ ਲਿਆ। ਸਮੁੱਚੇ ਤੌਰ ਦੇ ਉੱਤੇ ਤੁਸੀਂ ਕੋਈ ਫੈਸਲਾ ਕਿਉਂ ਨਹੀਂ ਦੇ ਪਾ ਰਹੇ? ਜਿਵੇਂ ਅੱਗੇ ਤੁਸੀਂ ਸੁਨੇਹੇ ਦਿੰਦੇ ਸੀ, ਤੁਸੀਂ ਕਹਿ ਰਹੇ ਆ ਕਿ ਅੰਦੋਲਨ ਤੇ ਚੱਲ ਰਿਹਾ ਜੀ, ਹੁਣ ਮੀਡੀਆ ਸਾਡੀ ਗੱਲ ਨਹੀਂ ਕਰਦਾ, ਮੀਡੀਆ ਤੁਹਾਡੀ ਗੱਲ ਕਰਦਾ, ਮੀਡੀਆ ਤੁਹਾਡੇ ਤੇ ਸਵਾਲ ਕਰ ਰਿਹਾ ਕਿ ਆਹ ਸਾਰਾ ਕੁਝ ਵਾਪਰਿਆ। ਇੱਕ ਸਪਸ਼ਟ ਚੀਜ਼ ਤੁਸੀਂ ਲਿਖਤੀ ਰੂਪ ਦੇ ਵਿੱਚ, ਜਿਵੇਂ ਜਾਂ ਪਹਿਲਾਂ ਸਾਂਝੀ ਪ੍ਰੈਸ ਕਾਨਫਰੰਸ ਕਰਦੇ ਸੀ, ਬਿਆਨ ਜਾਰੀ ਕਰਦੇ ਸੀ, ਉਹ ਹੁਣ ਤੁਸੀਂ ਕਿਉਂ ਨਹੀਂ ਕਰ ਰਹੇ? ਸੁਰਾਂ ਵੱਖਰੀਆਂ ਹੋ ਗਈਆਂ। ਹੁਣ ਗੁਰਨਾਮ ਸਿੰਘ ਚੜੂਣੀ ਹੋਰਾਂ ਨੇ ਇੱਕ ਤਾਂ ਬਿਆਨ ਉਹਨਾਂ ਨੇ ਦਿੱਤਾ ਕਿ ਮਨੋਹਰ ਲਾਲ ਖੱਟਰ ਹੋਰੀ ਤੇ ਜੀ ਪਾਕਿਸਤਾਨੀ ਆ, ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਇਹ ਬਿਆਨ ਦੇ ਕੇ? ਫਿਰ ਉਹ ਕਹਿ ਰਹੇ ਆ ਕਿ ਸੰਸਦ ਮਾਰਚ ਕਰਨਾ, ਆਓ ਸਾਨੂੰ ਦੱਸੋ, ਲੋਕ ਸਾਨੂੰ ਰਾਏ ਦੇਣ। ਤੁਸੀਂ ਸੰਸਦ ਮਾਰਚ ਦੀ ਗੱਲ ਕਰਦੇ ਆ, ਤੁਸੀਂ ਇਹ ਗੱਲਾਂ ਕਿਉਂ ਨਹੀਂ ਕਰ ਸਕਦੇ ਕਿ ਆਓ ਇੱਕ ਪਾਸੇ ਅਸੀਂ ਭਾਜਪਾ ਨੂੰ ਹਰਾਉਣਾ, ਤੁਸੀਂ ਲੋਕਾਂ ਨੂੰ ਇਹ ਸੱਤਾ ਦਿਓ। ਚੜੂਣੀ ਸਾਹਿਬ ਨੂੰ ਇਹ ਪੁੱਛੋ, ਸਿਆਣੇ ਬਿਆਣੇ ਨੇ, ਚਲੋ ਸਤਿਕਾਰਯੋਗ ਨੇ, ਪੰਥਕ ਧਿਰਾਂ ਉਹਨਾਂ ਦਾ ਬੜਾ ਸਤਿਕਾਰ ਕਰਦੀਆਂ ਨੇ, ਵੀ ਪਾਕਿਸਤਾਨ ਦੇਸ਼ ਦੀ ਆਜ਼ਾਦੀ ਵੇਲੇ ਸਭ ਤੋਂ ਜ਼ਿਆਦਾ ਲੁੱਟਿਆ ਗਿਆ ਪੰਜਾਬ, ਲੁੱਟਿਆ ਗਿਆ ਕੁੱਟਿਆ ਗਿਆ ਪੰਜਾਬ, ਸਿੱਖਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ, ਮੁਸਲਮਾਨਾਂ ਦਾ ਬੜਾ ਵੱਡਾ ਨੁਕਸਾਨ ਹੋਇਆ, ਤੇ ਜਿਹੜੇ ਉੱਥੋਂ ਉੱਠ ਕੇ ਆ ਕੇ ਤੁਹਾਡੇ ਕਿਸਾਨ ਜਿਹੜੇ ਬੈਠੇ ਨੇ ਉਹ ਕੌਣ ਨੇ ਜੀ? ਉਹਨਾਂ ਨੂੰ ਕਿੱਥੇ ਲਾਓਗੇ ਤੁਸੀਂ? ਉਹਨਾਂ ਨੂੰ ਕਿਸ ਕੈਟਾਗਰੀ ਦੇ ਵਿੱਚ ਰੱਖੋਗੇ ਤੁਸੀਂ? ਇਸੇ ਕਰਕੇ ਤੇ ਉਹ ਭਾਜਪਾ ਦੇ ਆਗੂ ਬਿਆਨ ਦੇ ਰਹੇ ਆ ਕਿ ਆਪਣੇ ਮੁੱਦੇ ਤੋਂ ਤੁਸੀਂ ਥਿੜਕ ਗਏ ਹੋਏ ਆ, ਇਸ ਕਰਕੇ ਤੁਸੀਂ ਅਲਪਟਲ ਮਾਰ ਰਹੇ ਹੋ, ਤੁਸੀਂ ਤੇ ਉਹਨਾਂ ਨੂੰ ਆਪ ਮੌਕਾ ਦੇ ਰਹੇ ਆ। ਬਾਕੀ ਅਲਪਟਲ ਚੜੂਣੀ ਸਾਹਿਬ ਬੜੇ ਸਿਆਣੇ ਬਿਆਣੇ ਨੇ, ਵੇਖੋ ਇਹ ਕਿੱਧਰ ਨੂੰ ਤੁਰ ਪਏ ਨੇ। ਮੈਨੂੰ ਲੱਗਦਾ ਜਿਹੜੇ ਤੁਸੀਂ ਮੰਗੋਰੇ ਦੀ ਗੱਲ ਕੀਤੀ, ਸਾਰਾ ਕੁਝ ਇੱਕੋ ਵਾਰੀ ਨਿਕਲ ਜਾਣਾ, ਉਹ ਬਲੈਕ ਹੋਲ ਨਹੀਂ ਜਿਹੜਾ, ਬਿਲਕੁਲ ਉਹੀ ਹੈ, ਹੱਥ ਮਲਦੇ ਰਹਿ ਜਾਣਾ ਜਿਨ੍ਹਾਂ ਦੇ ਧੀਆਂ ਪੁੱਤ ਤੁਰ ਗਏ ਨੇ, ਜਾਂ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੁਸ਼ਮਣੀਆਂ ਪਾ ਕੇ ਬੈਠੇ ਨੇ, ਜਾਂ ਜਿਹੜੇ ਇੰਨਾ ਪੈਸਾ ਜਿਨ੍ਹਾਂ ਨੇ ਆਪਣਾ ਇੰਨੀ
ਕਿਰਤ ਕਮਾਈ ਦੇ ਵਿੱਚੋਂ ਇੰਨਾ ਪੈਸਾ ਇਸ ਅੰਦੋਲਨ ਦੇ ਉੱਤੇ ਲਾਤਾ ਹੋਇਆ, ਉਹਨਾਂ ਨੂੰ ਕੀ ਮਿਲ। ਬਿਲਕੁਲ ਬਿਲਕੁਲ ਭਾਈਚਾਰਕ ਸਾਂਝ ਦੀ ਗੱਲ ਕੀਤੀ, ਇਸ ਅੰਦੋਲਨ ਚੋਂ ਬਹੁਤ ਵੱਡਾ ਭਾਈਚਾਰਾ, ਸਾਡੇ ਮੰਚ ਤੇ ਸਾਡੇ ਸਾਥੀ ਵੀ ਇਹ ਗੱਲ ਦੇ ਦਾਅਵੇ ਕਰਦੇ ਆ ਕਿ ਭਾਈਚਾਰਕ ਸਾਂਝ ਜਿਹੜੀ ਆ ਉਹ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਦੇ ਵਿੱਚ ਨਿਖਰ ਕੇ ਸਾਹਮਣੇ ਆਈ। ਸਾਨੂੰ ਤੇ ਕਿਤੇ ਦਿਸਦਾ ਨਹੀਂ। ਅੱਜ ਵੀ ਉਹੀ ਕੁਝ ਹੋ ਰਿਹਾ, ਅੱਜ ਵੀ ਜ਼ਮੀਨ ਦੇ ਟੱਕ ਪਿੱਛੇ ਲੜਾਈਆਂ ਹੁੰਦੀਆਂ ਨੇ, ਅੱਜ ਵੀ ਕਤਲ ਹੁੰਦੇ ਨੇ, ਵੋਟਾਂ ਦੇ ਰੌਲੇ ਅੱਜ ਵੀ ਚੱਲਦੇ ਨੇ, ਪੰਚਾਇਤੀ ਜ਼ਮੀਨ ਦੇ ਵਿੱਚ ਦਲਿਤਾਂ ਦਾ ਤੀਜਾ ਹਿੱਸਾ ਅੱਜ ਵੀ ਉਹਦਾ ਰੌਲਾ ਪੈ ਰਿਹਾ, ਦਲਿਤਾਂ ਨੂੰ, ਮਜ਼ਦੂਰਾਂ ਨੂੰ ਮਿਹਨਤ ਨਹੀਂ ਉਹਨਾਂ ਦੀ ਪੂਰੀ ਦਿੱਤੀ ਜਾਂਦੀ, ਅੱਜ ਵੀ ਉਹਨਾਂ ਦੇ ਖਿਲਾਫ ਮਤੇ ਪੈ ਰਹੇ। ਕਿਹੜੇ ਭਾਈਚਾਰਕ ਸਾਂਝ ਦੀ ਤੁਸੀਂ ਗੱਲ ਕਰਦੇ ਜੀ? ਦੋਸਤੋ ਤੁਸੀਂ ਸੁਣਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਮਨ ਜੀ ਮੇਰੇ ਨਾਲ ਨੇ। ਕੋਈ ਅਗਰ ਤੁਹਾਡਾ ਕੋਈ ਕੁਐਸਚਨ ਹੋਵੇ ਤੇ ਤੁਸੀਂ ਕਾਲ ਕਰ ਸਕਦੇ ਹੋ। ਹਾਂਜੀ, ਧਰਨਿਆਂ ਦੇ ਨਾਂ ਤੇ ਰਿਹਾ ਅੱਜ ਦਾ ਦਿਨ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ, ਹਿੰਦੀ ਸਮਾਚਾਰ ਵੀ ਸਾਂਝੇ ਕਰਦੇ। ਇੱਕ ਤੇ ਬਿਜਲੀ ਦਾ ਜਿਹੜਾ ਮੁੱਦਾ ਸੀਗਾ ਕਿ ਅਕਾਲੀਆਂ ਨੇ ਧਰਨੇ ਮਾਰਨੇ ਸੀ, ਜਿਹੜੇ ਆਪ ਹੀ ਇਹਨਾਂ ਨੇ ਸਮਝੌਤੇ ਕੀਤੇ ਸੀ, ਉਹਨਾਂ ਦੀ ਤੇ ਗੱਲ ਹੀ ਨਹੀਂ ਕਰਦੇ ਕਿ ਸਮਝੌਤੇ ਤਾਂ ਅਸੀਂ ਕੀਤੇ ਸੀ, ਸਹੀਆਂ ਤੇ ਅਸੀਂ ਪਾਈਆਂ ਹੋਈਆਂ। ਤੇ ਇੱਕ ਛਣਕਣਾ ਉਹਨਾਂ ਨੂੰ ਮਿਲ ਗਿਆ ਕਿ ਬਿਜਲੀ ਕੱਟ ਲੱਗ ਰਹੇ ਆ, ਉਹਨੂੰ ਛਣਕਾਉਣ ਵਾਸਤੇ ਅੱਜ ਸਾਰਾ ਦਿਨ ਹੀ ਧਰਨੇ ਮਾਰਦੇ ਰਹੇ। ਥਾਂ ਥਾਂ ਦੇ ਉੱਤੇ ਪੱਖੀਆਂ ਵੀ ਵੰਡੀਆਂ ਨੇ, ਹੱਥ ਪੱਖੀਆਂ ਜਿਹੜੀਆਂ ਉਹ ਅਕਾਲੀਆਂ ਨੇ ਉਹ ਵੀ ਵੰਡੀਆਂ ਨੇ। ਤੇ ਅਕਾਲੀ ਆਗੂਆਂ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਅਗਲੇ ਸਾਲ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹ ਬਿਜਲੀ ਸੰਕਟ ਕਰਕੇ ਹੀ ਕਾਂਗਰਸ ਦੀਆਂ ਜੜ੍ਹਾਂ ਦੇ ਵਿੱਚ ਇਹ ਬਿਜਲੀ ਸੰਕਟ ਹੀ ਬੈਠੇਗਾ ਜੀ, ਔਰ ਬਿਜਲੀ ਸੰਕਟ ਕਰਕੇ ਹੀ ਹਾਰੇਗੀ ਕਾਂਗਰਸ। ਚਲੋ ਸਾਡਾ ਤੇ ਕੰਮ ਆ ਦੋਨੋਂ ਪਾਸਿਆਂ ਦੀ ਗੱਲ ਕਰਨੀ। ਇਹਨਾਂ ਨੂੰ ਪੁੱਛੋ ਤੁਹਾਡੇ ਰਾਜ ਦੇ ਵਿੱਚ ਨਹੀਂ ਸੀਗੀ ਬਿਜਲੀ ਦੇ ਕੱਟ ਲੱਗਦੇ, ਉਦੋਂ ਤਾਂ ਲੋਕ ਜੋਕ ਬਣਾਉਂਦੇ ਹੁੰਦੇ ਸੀ, ਆ ਗਈ ਆ ਗਈ ਆ ਗਈ ਆ ਗਈ ਆ ਗਈ। ਹਾਂਜੀ, ਉਦੋਂ ਵੀ ਤਾਂ ਨਾ ਜੀ, ਲੀਡਰ ਇਸੇ ਕਰਕੇ ਤੇ ਬੋਲਦੇ ਨੇ। ਅੱਜ ਕੱਲ ਤੱਕ ਜਿਨ੍ਹਾਂ ਦੇ ਵਿਰੋਧ ਦੇ ਵਿੱਚ ਕਾਲੀਆਂ ਝੰਡੀਆਂ ਲਹਿਰਾਈਆਂ ਜਾਂਦੀਆਂ ਸੀ, ਜਿਨ੍ਹਾਂ ਨੂੰ ਪਿੰਡਾਂ ਦੀਆਂ ਜੂਹਾਂ 'ਚ ਨਹੀਂ ਸੀ ਵੜਨ ਦਿੱਤਾ ਜਾਂਦਾ, ਅੱਜ ਉਹਨਾਂ ਦੇ ਧਰਨੇ, ਉਹਨਾਂ ਦੀਆਂ ਰੈਲੀਆਂ, ਉਹਨਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਇਕੱਠ ਤੇ ਦੇਖੋ ਜੀ। ਉਹ ਹੋਰ ਗ੍ਰਹਿ ਤੋਂ ਥੋੜਾ ਆ ਗਏ, ਸਾਡੇ ਚੋਂ ਹੀ ਨੇ। ਬਿਲਕੁਲ। ਸੋ ਲਓ ਆਪਾਂ ਕਾਲ ਲੈ ਲਈਏ ਜੀ, ਦੇਖਦੇ ਆ ਸਾਡੇ ਨਾਲ ਕੌਣ ਨੇ। ਫਿਰ ਆਪਾਂ ਨਵਜੋਤ ਨੇ ਕਹਿੰਦੇ ਫਿਰ ਰਗੜੇ ਲਾਏ ਆਪਣੇ ਸਵਾਲ ਕੀਤੇ ਸਰਕਾਰ ਤੇ। ਹਾਂਜੀ, ਵੈਲਕਮ ਜੀ, ਗੁੱਡ ਮਾਰਨਿੰਗ। ਦਿਲਬਾਗ ਬਾਈ ਜੀ ਤੇ ਅਮਨ ਭੈਣ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਬਸ ਸਿਰਫ ਮੈਂ ਇੱਕੋ ਗੱਲ ਕਹਿਣਾ ਚਾਹਣਾ ਵੀ ਇਹ ਟੋਟਲੀ ਨੈਗੇਟਿਵ ਨਿਊਜ਼ ਹੈ ਕਿਸਾਨ ਅੰਦੋਲਨ ਬਾਰੇ। ਜਿੰਨੀਆਂ ਮਰਜ਼ੀ ਚੱਕ ਕੇ ਆਪਾਂ ਲਾਈ ਚੱਲੀਏ, ਆਪਾਂ ਪੋਜ਼ਿਟਿਵ ਵੀ ਲਿਆ ਕੇ ਇੱਕ ਪੇਸ਼ ਕਰੀਏ, ਦੋਨੋਂ ਦਾ ਬੈਲੈਂਸ ਬਣਾ ਕੇ ਰੱਖੀਏ। ਜਿੰਨਾ ਮਰਜ਼ੀ ਨੈਗੇਟਿਵ ਨਿਊਜ਼ ਕਿਸੇ ਉਹਦੇ ਚ ਕੱਢੀ ਚੱਲੋ, ਨਿਕਲ ਹੀ ਜਾਂਦੀਆਂ ਨੇ ਜੀ। ਤੇ ਬਸ ਇੰਨਾ ਹੀ ਕਹਿਣਾ ਚਾਹੁੰਦਾ ਸੀ। ਬਹੁਤ ਬਹੁਤ ਧੰਨਵਾਦ ਜੀ। ਜੀ ਹਾਂਜੀ ਅਮਨ ਜੀ। ਪੋਜ਼ਿਟਿਵ ਤਾਂ ਇਹ ਹੋਇਆ ਕਿ ਇੰਨੇ ਵੱਡੇ ਇਕੱਠ ਲਈ ਲੋਕਾਂ ਨੂੰ ਘਰਾਂ ਤੋਂ ਕੱਢਿਆ। ਇਹਦੇ ਚ ਪੋਜ਼ਿਟਿਵ ਇਹ ਆ ਕਿ ਲੋਕਾਂ ਨੂੰ ਤੁਸੀਂ ਸੋਚਣ ਲਾਇਆ ਕਿ ਕੋਈ ਸਰਕਾਰ ਜਿਹੜੀ ਆ ਤੁਹਾਡੀਆਂ ਮਰਜ਼ੀਆਂ ਤੋਂ ਬਿਨਾਂ ਕਿਵੇਂ ਆਪਣੀਆਂ ਮਨਮਾਨੀਆਂ ਤੁਹਾਡੇ ਉੱਤੇ ਥੋਪ ਦਿੰਦੀ ਆ। ਇਹ ਤੁਸੀਂ ਲੋਕਾਂ ਨੂੰ ਇੱਕ ਸੋਚ ਦਿੱਤੀ, ਇੱਕ ਵਿਚਾਰ ਦਿੱਤਾ। ਪਰ ਹੁਣ ਅੱਗੇ ਕੀ? ਨਹੀਂ, ਇਹ ਪੋਜ਼ਿਟਿਵ ਇਹਦੇ ਵਿੱਚ ਕਿ ਜੇ ਅਕਾਲੀਆਂ ਦਾ ਵਿਰੋਧ ਨਹੀਂ ਹੋ ਰਿਹਾ, ਇਕੱਲਿਆ ਭਾਜਪਾਈਆਂ ਦਾ ਹੋ ਰਿਹਾ। ਤੇ ਸ਼ੁਰੂ ਦੇ ਵਿੱਚ ਅਕਾਲੀਆਂ ਨੇ ਜਿਸ ਤਰੀਕੇ ਦੇ ਨਾਲ ਇਸ ਆਰਡੀਨੈਂਸ ਦੀ ਪ੍ਰੋੜਤਾ ਕੀਤੀ, ਤਿੰਨਾਂ ਹੀ ਵੱਡਿਆਂ ਨੇ, ਬਾਦਲ ਸਾਹਿਬ ਨੇ ਵੀ, ਸੁਖਬੀਰ ਬਾਦਲ ਹੋਣਾ ਨੇ ਵੀ, ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ, ਤੇ ਰਾਜੇਵਾਲ ਆ ਕੇ ਉਹਨਾਂ ਦੇ ਬਣਾਏ ਹੋਏ। ਹਾਂਜੀ, ਉਹਦੀ ਤੇ ਗੱਲ ਹੀ ਨਹੀਂ ਹੁੰਦੀ ਕਿ ਅਕਾਲੀਆਂ ਨੇ ਤੇ ਉਹਦੇ ਹੱਕ ਦੇ ਵਿੱਚ ਕਿੰਨੇ ਵੱਡੇ ਇਹਨਾਂ ਦੇ ਬਿਆਨ ਅੱਜ ਕਿਹੜੇ ਉਹ ਸੋਸ਼ਲ ਮੀਡੀਆ ਤੋਂ ਗਾਇਬ ਹੋ ਗਏ ਨੇ। ਪੋਜ਼ਿਟਿਵ ਹੁਣ ਕੀ ਹੋ ਗਈ ਕਿ ਜੇ ਉਹ ਰਾਜੇਵਾਲ ਆ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਸਿੱਧਾ ਦਮਦਮੀ ਟਕਸਾਲ ਦੇ ਮੁਖੀ ਦੇ ਨਾਲ ਮੁਲਾਕਾਤ ਕਰਦਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਤੇ ਲੱਡੂਆਂ ਦਾ ਥਾਲ ਲੈ ਕੇ ਖਲੋਤਾ। ਕਿੱਥੇ ਦਮਦਮੀ ਟਕਸਾਲ ਚਲੋ ਬਹੁਤ ਵੱਡੀ ਹੋ ਸਕਦੀ, ਕਿਸੇ ਨੂੰ ਉਹਦੇ ਨਾਲ ਲਗਾ ਹੋ ਸਕਦਾ, ਕਿਸੇ ਨੂੰ ਨਹੀਂ ਲਗਾ ਸਕਦਾ, ਕਿਸੇ ਨੂੰ ਉਹਦਾ ਸਤਿਕਾਰ ਹੋ ਸਕਦਾ, ਕਿਸੇ ਨੂੰ ਸਤਿਕਾਰ ਨਹੀਂ ਹੋ ਸਕਦਾ। ਦੈਟਸ ਅ ਡਿਫਰੈਂਟ ਸਟੋਰੀ। ਪਰ ਉਹ ਥਾਲ ਲੈ ਕੇ ਖਲੋਤਾ ਤੇ ਉਸੇ ਹੀ ਦਮਦਮੀ ਦਾ ਮੁਖੀ ਜਿਹੜਾ ਸੀਗਾ ਕਹਿੰਦਾ ਸੀ ਸਰਕਾਰਾਂ ਸਾਡੇ ਕੋਲ ਆਉਂਦੀਆਂ ਸੀ, ਸਰਕਾਰਾਂ ਕੋਲ ਮੰਗਣ ਨਹੀਂ ਜਾਂਦੇ, ਤੇ ਲੱਡੂ ਵੰਡ ਰਿਹਾ। ਉੱਥੇ ਜਾ ਕੇ ਤੁਸੀਂ ਲਿੰਕ ਜੋੜ ਕੇ ਅੱਗੇ ਆਪਣੇ ਲਿੰਕ ਚੜੀ ਚੱਲੋ। ਇਹਨੂੰ ਨੈਗੇਟਿਵ ਕਿੱਦਾਂ ਕਹਿ ਸਕਦੇ ਹੋ ਤੁਸੀਂ? ਸਭ ਨਾਲੇ ਦਿਲਬਾਗ ਜੀ, ਇੱਕ ਗੱਲ ਇਹ ਵੀ ਹੈ ਨਾ ਕਿ ਜੇ ਤੁਹਾਨੂੰ ਜੇ ਤੁਹਾਡੇ ਅਮਨ ਜੀ ਪ੍ਰਪੋਜ਼ਲ ਲੈ ਕੇ ਆਓ, ਐਡਾ ਵੱਡਾ ਤੁਹਾਡਾ ਉੱਥੇ ਇਕੱਠ ਵਾ, ਤੇ ਉਹਦੇ ਤੇ ਆ ਕੇ ਚੰਦ ਬੰਦੇ ਤੁਹਾਡੇ ਸਟੇਜ ਤੇ ਕਬਜ਼ਾ ਕਰ ਲੈਂਦੇ ਨੇ, ਇਹ ਨੈਗੇਟਿਵ ਕਿੱਦਾਂ ਹੋ ਗਈ? ਸਵਾਲ ਬਣਦੇ ਨੇ। ਚੁੜੂਨੀ ਸਾਹਿਬ ਜੇ ਕਹਿੰਦੇ ਨੇ, ਚੁੜੂਨੀ ਸਾਹਿਬ ਕਹਿੰਦੇ ਨੇ ਕਿ ਖੱਟੜ ਇੰਨੀ ਭਗਤੀ ਚੰਗੀ ਨਹੀਂ ਹੁੰਦੀ। ਚੁੜੂਨੀ ਸਾਹਿਬ ਇਹ ਕਹਿੰਦੇ ਨੇ ਕਿ ਖੱਟੜ ਪਾਕਿਸਤਾਨ ਤੋਂ ਆਇਆ, ਤੇ ਸਾਡੇ ਵੀ ਬਾਪੂ ਚਾਚੇ ਤਾਏ ਜਿਹੜੇ ਪਾਕਿਸਤਾਨ ਤੋਂ ਉੱਠ ਕੇ ਆਏ, ਸਾਡੀ ਤੇ ਨਾਨੀ ਦਾਦੀ ਕਹਿੰਦੇ ਸੀ ਬੜੇ ਵੱਡੇ ਕਾਰੋਬਾਰ ਸੀ ਉੱਥੇ, ਤੇ ਸਾਰੇ ਜਿੰਨੇ ਉੱਠ ਕੇ ਆਏ ਨੇ ਤਾਂ ਮਤਲਬ ਸਾਰੇ ਹੀ ਪਾਕਿਸਤਾਨੀ ਹੋਏ ਵੇ। ਕਿੰਨੇ ਸਾਲ ਹੋ ਗਏ ਨੇ ਉਹਨਾਂ ਨੂੰ? 74-75 ਸਾਲ ਹੋ ਗਏ ਨੇ ਤੇ ਰਹਿੰਦਿਆਂ ਨੂੰ, ਉੱਠ ਕੇ ਆਇਆ ਨੂੰ ਸਾਰੇ ਪਾਕਿਸਤਾਨੀ ਹੋ ਗਏ ਵੇ। ਸਵਾਲ ਇਹ ਨਹੀਂ ਆ, ਨੈਗੇਟਿਵ ਨਹੀਂ ਗੀ ਇਹ।
ਗੱਲ ਸਵਾਲ ਉੱਠਦੇ ਨੇ ਮਾਂਗੜ ਸਾਹਿਬ, ਸਵਾਲ ਉੱਠਦੇ ਨੇ, ਸਾਡੇ ਨਹੀਂ ਗੇ ਕੁਐਸਚਨ ਦੁਨੀਆ ਦੇ ਨੇ। ਇਹ ਗੱਲਾਂ ਕਿ ਅਸੀਂ ਰੱਖ ਦਿੰਦੇ ਹਾਂ। ਅਸੀਂ ਜਿੱਥੇ ਮਤਲਬ ਸਭ ਤੋਂ ਜ਼ਿਆਦਾ ਮਤਲਬ ਮੇਰੇ ਖਿਆਲ ਸਮਾਂ ਦਿੱਤਾ ਵਾ ਕਿਸਾਨਾਂ ਦੇ ਮਤਲਬ ਮੋਰਚੇ ਨੂੰ, ਲੰਬੇ 25 30 40 ਮਿੰਟ ਦੇ ਆਰਟੀਕਲ ਤੁਹਾਨੂੰ ਪੜ੍ਹ ਕੇ ਸੁਣਾਏ ਨੇ ਉਹਨਾਂ ਦੇ ਜਿਹੜੇ ਆਏ ਨੇ, ਆਰਡੀਨੈਂਸ ਸਾਰੇ ਦਾ ਸਾਰਾ ਪੜ੍ਹ ਕੇ ਸੁਣਾਇਆ 3 ਵਾਰ, ਜਿਹੜੇ ਮੁੜ ਕੇ ਉਹਨਾਂ ਵੱਲੋਂ ਆਏ ਉਹ ਵੀ ਪੜ੍ਹ ਕੇ ਸੁਣਾਏ, ਪੋਜ਼ੀਟਿਵ ਨੈਗੇਟਿਵ ਤੁਹਾਡੀ ਸਾਡੀ ਸੋਚ ਹੋ ਸਕਦੀ। ਖੈਰ ਅਮਨਜੀਤ 5 ਮਿੰਟ ਨੇ ਮੇਰੇ ਕੋਲ, ਆਪਾਂ 3-4 ਮਿੰਟਾਂ ਦੇ ਵਿੱਚ ਵਾਈਂਡ ਅਪ ਕਰਨਾ। ਨਵਜੋਤ ਨੇ ਫਿਰ ਆਪਣੀ ਸਰਕਾਰ ਤੇ ਕੀਤੇ ਸਵਾਲ, ਅਸੀਂ ਤੁਹਾਨੂੰ ਮੌਕਾ ਦਿੰਦੇ ਗੱਲ ਕਹਿਣ ਦਾ, ਕਦੇ ਕੱਟਦੇ ਨਹੀਂ। ਜਦੋਂ ਗੱਲ ਕਰਾਂਗੇ ਤੇ ਮਤਲਬ ਸੁਣਾਂਗੇ ਵੀ ਤੇ ਤੁਹਾਨੂੰ ਸਾਡੀ ਸੁਣਨੀ ਪੈਣੀ ਤੇ ਸੁਣਾਉਣੀ ਵੀ ਪੈਣੀ। ਨਵਜੋਤ ਨੇ ਫਿਰ ਆਪਣੀ ਸਰਕਾਰ ਤੇ ਸਵਾਲ ਉਠਾਏ ਨੇ, ਕੀ ਕਹਿਣਾ ਚਾਹੋਗੇ ਕੁਇਕਲੀ? ਦਿਲਬਾਗ ਜੀ, ਇੱਕ ਦਿਨ ਨਵਜੋਤ ਬਾਰੇ ਇਹ ਖਬਰ ਆ ਰਹੀ ਆ ਕਿ ਨਵਜੋਤ ਨੂੰ ਪਾਰਟੀ ਦਾ ਪ੍ਰਧਾਨ ਲਾਇਆ ਜਾ ਸਕਦਾ, ਤੇ ਅੱਜ ਫੇਰ ਕੱਲ ਵੀ ਚਰਚਾ ਹੋਈ ਸੀ ਮੀਡੀਆ ਹਲਕਿਆਂ ਦੇ ਵਿੱਚ, ਅੱਜ ਫੇਰ ਇਹ ਚਰਚਾ ਹੋ ਰਹੀ ਆ। ਤੇ ਪਰ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਤੇਵਰ ਨੇ ਉਹਦੇ ਤੋਂ ਕੁਝ ਹੋਰ ਤਰ੍ਹਾਂ ਦੇ ਸੰਕੇਤ ਵੀ ਮਿਲਦੇ ਨੇ। ਅੱਜ ਜਿਵੇਂ ਉਹਨਾਂ ਨੇ ਬਿਜਲੀ ਸੰਕਟ ਨੂੰ ਲੈ ਕੇ ਟਿੱਪਣੀ ਕੀਤੀ ਆ, ਉਹਨਾਂ ਨੇ ਸਾਫ਼ ਹੀ ਕਿਹਾ ਕਿ ਜਿਹੜਾ ਦਿੱਲੀ ਦੇ ਵਿੱਚ ਮਾਡਲ ਆ, ਕੇਜਰੀਵਾਲ ਸਰਕਾਰ ਦਾ ਜਿਹੜਾ ਮਾਡਲ ਆ, ਉਹ ਸਾਡੀ ਸਰਕਾਰ ਕਿਉਂ ਨਹੀਂ ਅਪਣਾ ਸਕਦੀ। ਉਹਨਾਂ ਨੇ ਸਾਰੇ ਦੇ ਸਾਰੇ ਨੁਕਤੇ ਕੀਤੇ ਆ ਕਿ ਜਿਹੜੀ ਬਾਦਲ ਸਰਕਾਰ ਵੇਲੇ ਜਿਹੜੇ ਸਮਝੌਤੇ ਹੋਏ ਸੀ ਉਹਨਾਂ ਦੇ ਤਹਿਤ ਕਿੰਨਾ ਪੈਸਾ 2020 ਤੱਕ ਪੰਜਾਬ ਜਿਹੜਾ 5400 ਕਰੋੜ ਰੁਪਈਆ ਉਹ ਦੇ ਚੁੱਕਿਆ, ਤੇ ਫਿਕਸ ਚਾਰਜ ਦੇ ਰੂਪ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹਾਲੇ 65000 ਕਰੋੜ ਰੁਪਏ ਹੋਰ ਵੀ ਇਹਨਾਂ ਦਾ ਜਾ ਸਕਦਾ। ਕਿ ਸਰਕਾਰ ਨੇ ਸਮਝੌਤੇ ਰੱਦ ਕਰਨ ਦਾ ਵਾਅਦਾ ਕੀਤਾ ਸੀ, ਸਾਡੀ ਸਰਕਾਰ ਨੇ ਉਹ ਕਿਉਂ ਨਹੀਂ ਕੀਤੇ। ਜੀ ਅਮਨ ਜੀ ਕੋਈ ਕਾਲ ਹੋ ਰਿਹਾ, ਲੈ ਲਈਏ ਫਿਰ ਆਪਾਂ ਵਾਈਂਡ ਅਪ ਕਰ ਦਿੰਦੇ। ਪ੍ਰਾਈਵੇਟ ਬਿਜਲੀ ਕੰਪਨੀਆਂ ਦੇ ਸਿਰ ਦੇ ਉੱਤੇ ਹੀ ਸਾਰਾ ਕੁਝ ਕਿਉਂ ਛੱਡ ਦਿੱਤਾ ਸਰਕਾਰ ਨੇ, ਆਪਣੇ ਹੱਥੋਂ ਸਾਰਾ ਕੁਝ ਕੱਢ ਕੇ ਉਹਨਾਂ ਨੂੰ ਕਿਉਂ ਦੇ ਦਿੱਤਾ। ਇਹੋ ਜਿਹੇ ਤਿੱਖੇ ਸਵਾਲ ਉਹਨਾਂ ਨੇ ਕੀਤੇ ਆ ਕਿ ਤੁਸੀਂ ਕੁਝ ਵੀ ਨਹੀਂ ਕੀਤਾ। ਅਸਲ 'ਚ ਨਵਜੋਤ ਸਿੱਧੂ ਦਾ ਜੇ ਸਾਰਾ ਜੋ ਉਹਨਾਂ ਨੇ ਅੱਜ ਬਿਆਨ 9 ਟਵੀਟ ਉਹਨਾਂ ਨੇ ਕੀਤੇ, ਉਹਨਾਂ ਦਾ ਸਿੱਟਾ ਇਹ ਨਿਕਲਦਾ ਕਿ ਬਿਜਲੀ ਵਾਲੇ ਮਾਮਲੇ ਦੇ ਵਿੱਚ ਕੈਪਟਨ ਸਾਹਿਬ ਤੁਸੀਂ ਕੁਝ ਵੀ ਨਹੀਂ ਕੀਤਾ। ਉਹਦਾ ਜਵਾਬ ਡਾਕਟਰ ਵੇਰਕਾ ਹੋਰਾਂ ਨੇ ਦਿੱਤਾ ਕਿ ਤੁਸੀਂ ਫਿਰ ਆ ਕੇ ਬਿਜਲੀ ਮਹਿਕਮਾ ਸਾਂਭ ਲਓ। ਤਾਂਹੀਓ ਤਾਂ ਸਾਂਭਦਾ ਨਹੀਂ ਸੀ। ਆ ਜਿਹੜੇ ਮੰਤਰੀ ਕੀ ਕਰ ਸਕਦਾ? ਨਹੀਂ ਅਮਨ ਜੀ, ਆ ਜਿਹੜਾ ਸਿਆਪਾ ਹੋ ਰਿਹਾ ਹੁਣ, ਜਿਸ ਤਰੀਕੇ ਦੇ ਨਾਲ ਮੁਜ਼ਾਹਰੇ ਹੋ ਰਹੇ ਨੇ, ਇਹ ਸਿੱਧੂ ਦੇ ਖਿਲਾਫ ਹੋਣੇ ਸੀ। ਵੱਡੇ ਵੱਡੇ ਬੁੱਤ ਸਾੜੇ ਜਾਣੇ ਸੀ। ਮੈਂ ਤਾਂ ਕਹਿੰਦਾ ਚੰਗਾ ਰਹਿ ਗਿਆ ਉਹਨੇ ਬਿਜਲੀ ਮਹਿਕਮਾ ਸੰਭਾਲਿਆ। ਉਹਨੂੰ ਪਤਾ ਸੀ, ਉਹਨੂੰ ਪਤਾ ਸੀ ਬਿਜਲੀ ਮਹਿਕਮੇ ਦਾ ਜਿਹੜਾ ਮਿਨਿਸਟਰ ਆ ਉਹਦੀ ਤੇ ਚੇਅਰਮੈਨ ਨਹੀਂ ਸੁਣਦਾ, ਬਿਜਲੀ ਮਹਿਕਮੇ ਦਾ ਉਹਦੀ ਜ਼ਿਆਦਾ ਚੱਲਦੀ ਆ। ਉਸ ਕਰਕੇ ਜੋ ਨਵਜੋਤ ਆਪਣੀ ਖੇਡ ਗਿਆ। ਖੈਰ ਐਨੀਵੇ ਚਲੋ ਆਗੇ ਦੇਖੀ ਹੋਤਾ ਹੈ ਕਿਆ। ਧੰਨਵਾਦ ਤੁਹਾਡਾ ਅਮਨ ਜੀ, ਸੋ ਨਾਈਸ ਹਾਊਸ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।